अस्सलाम वालेकुम जी। मेरा नाम मोहसन अकरम है तो असी शुरू की है जी पंजाबी तो सब तो पहलों शायर जोड़े CSS ते PMS दोवां दे विच जिन्हां दा नाम है उन्हां दा नाम है ख्वाजा फरीद या बाबा फरीद गंज शकर रहमतुल्लाह अलैह। इन्हां दा तारुफ वेख लेने फिर इन्हां दी कोई शायरी वगैरह पढ़ लांगे। ये जी जम्मे सन 1188 दे विच कोठेवाल मुल्तान तो 12 कोह दूर 12 मील दूर एक पिंड है कोठेवाल, उत्थे जम्मे सन जी। 1188 ਦੇ ਵਿੱਚ ਤੇ 1280 ਦੇ ਵਿੱਚ ਮੁਲਤਾਨ ਦੇ ਹੀ ਆਪਣਾ ਨੇੜੇ ਉੱਥੇ ਪਾਕਪਤਨ ਦੇ ਕੋਲ ਨਾ ਉਹ ਜੋਧਣ ਦੇ ਵਿੱਚ ਇਹਨਾਂ ਜਾ ਕੇ ਉੱਥੇ ਡੇਰਾ ਲਾ ਲਿਆ ਸੀ ਐਂਡ ਤੇ ਜਾ ਕੇ ਤੇ ਫਿਰ ਪਾਕਪਤਨ ਦੇ ਵਿੱਚ ਇਹਨਾਂ ਦੀ ਉੱਥੇ ਫੌਤ ਹੋ ਗਏ ਸਨ ਤੇ ਮਜ਼ਾਰ ਵੀ ਇਹਨਾਂ ਦਾ ਅੱਜ ਦੀ ਡੇਟ ਦੇ ਵਿੱਚ ਪਾਕਪਤਨ ਦੇ ਵਿੱਚ ਵੀ ਇਸ ਲਈ ਇਹਨਾਂ ਨੂੰ ਸਭ ਤੋਂ ਪਹਿਲਾ ਨੰਬਰ ਦਿੱਤਾ ਗਿਆ ਹੈ ਕਿਉਂਕਿ ਇਹ ਪੰਜਾਬੀ ਦੇ ਪਹਿਲੇ ਸ਼ਾਇਰ ਸਨ। ਪੰਜਾਬੀ ਜ਼ੁਬਾਨ ਦੇ ਸਭ ਤੋਂ ਪਹਿਲੇ ਸ਼ਾਇਰ ਇਹਨਾਂ ਨੂੰ ਮੰਨਿਆ ਜਾਂਦਾ ਹੈ ਪੰਜਾਬੀ ਜ਼ੁਬਾਨ ਦਾ। ਤੇ ਇਸੇ ਲਈ ਇਹਨਾਂ ਨੂੰ ਹਰ ਇੱਕ ਨਿਸਾਬ ਦੇ ਵਿੱਚ ਤੁਸੀਂ ਖਾਸ ਕਰਕੇ ਜਿਹੜਾ ਹੋਏਗਾ ਨਾ ਸ਼ਾਇਰੀ ਦਾ ਨਿਸਾਬ ਉਹਨਾਂ ਨੂੰ ਤੁਸੀਂ ਬਾਬਾ ਜੀ ਉਸ ਨਿਸਾਬ ਦੇ ਵਿੱਚ ਤੁਸੀਂ ਬਾਬਾ ਜੀ ਨੂੰ ਹਮੇਸ਼ਾ ਸਭ ਤੋਂ ਅੱਗੇ ਤੇ ਸਭ ਤੋਂ ਪਹਿਲਾਂ ਹੀ ਪਾਓਗੇ। ਬਾਬਾ ਜੀ ਦਾ ਥੋੜਾ ਜਿਹਾ ਤਾਰੁਫ ਵੇਖ ਲੈਂਦੇ ਆ। ਬਾਬਾ ਜੀ ਕਿਉਂਕਿ ਮੈਂ 3-4 ਕਿਤਾਬਾਂ ਤੋਂ ਜਿਹੜਾ ਕੰਸਲਟ ਕਰਕੇ ਜਨਾਬ ਤੇ ਪਹੁੰਚਣਾ ਪਿਆ ਵਾਂ ਪੜ੍ਹਾਉਣ ਦਿਆਂ ਵਾਂ ਤਾਂ ਹੀ ਮੈਂ ਨਾ ਅਲੱਗ-ਅਲੱਗ ਨਾਂ ਵੇਖੇ ਨੇ। ਕਿਤੇ ਬਾਬਾ ਜੀ ਦਾ ਨਾਂ ਅਸਲ ਨਾਂ ਜਿਹੜਾ ਹੈ ਨਾ ਉਹ ਮਸੂਦੁद्दीन ਹੈ ਤੇ ਕਿਤੇ ਬਾਬਾ ਜੀ ਦਾ ਅਸਲ ਨਾਂ ਫਰੀਦੁद्दीन ਹੈ, ਠੀਕ ਹੈ। ਤੇ ਕਿਤੇ ਜਿਹੜਾ ਹੈ ਨਾ ਉਹ ਜਿਹੜਾ ਆਰਜ਼ੀ ਨਾਂ ਜਾਂ ਬਾਅਦ ਚ ਦਿੱਤਾ ਗਿਆ ਨਾਮ ਹੈ ਨਾ ਉਹ ਤੇ ਇਹਨਾਂ ਦਾ ਲਕਬ ਸੀ ਗੰਜ ਸ਼ਕਰ, ਠੀਕ ਹੈ। ਇਹਨਾਂ ਦਾ ਲਕਬ ਸੀ ਗੰਜ ਸ਼ਕਰ ਤੇ ਇਹ ਨਾਂ ਇਹਨਾਂ ਦੋਵਾਂ ਦੇ ਵਿੱਚ ਤਜ਼ਾਦ ਤੁਸੀਂ ਕੋਈ ਵੀ ਲਿਖੋਗੇ ਤੇ ਇਨਸ਼ਾਅੱਲਾ ਚਾਂਸ ਹੈ ਕਿ ਬਿਹਤਰ ਹੋ ਜਾਏਗਾ ਕਿਉਂਕਿ ਇਹਦੇ ਚ ਰਵਾਇਤ ਕਿਸੇ ਚ ਜਦੋਂ ਕੋਈ ਤਜ਼ਾਦ ਆ ਜਾਵੇ ਉਦੋਂ ਕੰਟਰਾਡਿਕਸ਼ਨ ਆ ਜਾਵੇ ਨਾ ਤੇ ਫਿਰ ਉਦੋਂ ਉਹ ਦੋਵੇਂ ਗੱਲਾਂ ਹੀ ਸੱਚ ਮੰਨੀਆਂ ਜਾਂਦੀਆਂ ਨੇ ਮੋਸਟਲੀ ਆਮ ਤੌਰ ਤੇ। ਇਹਨਾਂ ਦੇ ਵਾਲਦ ਸਾਹਿਬ ਦਾ ਨਾਮ ਜਮਾਲੁद्दीन ਸੀ ਜੀ, ਵਾਲਦਾ ਦਾ ਨਾਮ ਕੁਰਸਮ ਬੀਬੀ ਸੀ। ਆਮ ਤੌਰ ਤੇ ਲੋਕਾਂ ਦੇ ਨਾਲ ਉਹਨਾਂ ਦੀ ਵਾਲਦਾ ਦਾ ਨਾਮ ਨਹੀਂ ਲਿਖਿਆ ਜਾਂਦਾ, ਇਹਨਾਂ ਦੀ ਵਾਲਦਾ ਦਾ ਨਾਮ ਇਸੇ ਲਿਖਿਆ ਜਾਂਦਾ ਹੈ ਕਿਉਂਕਿ ਕੁਰਸਮ ਬੀਬੀ ਬਹੁਤ ਮੁੱਤਕੀ ਪਰਹੇਜ਼ਗਾਰ ਤੇ ਬਹੁਤ ਪਾਕਬਾਜ਼ ਤੇ ਬਹੁਤ ਪਹੁੰਚੀ ਹੋਈ ਖਾਤੂਨ ਸਨ। ਉਹਨਾਂ ਨੇ ਪੁੱਤਰ ਦੀ ਜਿਹੜੀ ਤਰਬੀਅਤ ਕੀਤੀ ਨਾ ਬਹੁਤਾ ਇਬਤਦਾਈ ਤਾਲੀਮ ਜਿਹੜੀ ਹੈ ਨਾ ਉਹ ਸਰਕਾਰ ਨੇ ਬਾਬਾ ਜੀ ਹਰਾਂ ਨੇ ਮਹਾਰਾਣੀ ਤੋਂ ਹੀ ਲਈ ਤੇ ਮਹਾਰਾਣੀ ਨੇ ਇਹਨਾਂ ਨੂੰ ਮਹਾਰਾਣੀ ਬਹੁਤ ਆਪ ਕਿਉਂਕਿ ਮੁੱਤਕੀ ਪਰਹੇਜ਼ਗਾਰ ਸਨ ਤੇ ਬਹੁਤ ਸਮਝਦਾਰ ਸੁਗੜ ਬੀਬੀ ਸਨ ਤੇ ਉਹਨਾਂ ਨੇ ਨਾ ਪੁੱਤਰ ਨੂੰ ਬੁਨਿਆਦੀ ਤੌਰ ਤੇ ਹੀ ਇਸਲਾਮ ਲਈ ਢੋ ਛੜਿਆ ਸੀ ਤੇ ਇਸ ਲਈ ਕੁਰਸਮ ਬੀਬੀ ਦਾ ਆਪ ਦੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਕਿਰਦਾਰ ਹੈ। ਉਸਤਾਦ ਇਹਨਾਂ ਦੇ ਉਸਤਾਦ ਹੋਰਾਂ ਦਾ ਨਾਂ ਸੀ ਮਨਹਾਜੁद्दीन ਤੇ ਇਹ ਚਿਸ਼ਤੀਆ ਸਿਲਸਿਲੇ ਤੇ ਮੁਤਲਕ ਸਨ। ਬਾਬਾ ਜੀ ਸਰਕਾਰ ਨਾਲ ਚਿਸ਼ਤੀਆ ਸਿਲਸਿਲੇ ਤੋਂ ਮੁਤਲਕ ਸਨ ਤੇ ਇਹਨਾਂ ਦੇ ਜਿਹੜੇ ਇਹਨਾਂ ਦੀ ਜਿਹੜੇ ਲਿੰਕ ਮਿਲਦੇ ਸਨ ਉਹ ਚਿਸ਼ਤੀਆ ਸਿਲਸਿਲੇ ਦੇ ਨਾਲ ਮਿਲ ਕੇ ਸਨ। ਅੱਛਾ, ਇੱਥੇ ਵੀ ਦੋ ਇੱਕ ਤਜ਼ਾਦ ਆ ਗਿਆ ਹੈ ਕਿ ਇੱਕ ਜਗ੍ਹਾ ਤੇ ਲਿਖਿਆ ਹੈ ਕਿ ਆਪ 5 ਮੁਲਕਾਂ 'ਚ ਗਏ लेकिन ये उदों कुछ ज़्यादा मैनू सच नहीं लगा, कुछ ठीक नहीं लगा। तो असी इत्थे कह सकते हैं 5 शहरां च गए या 5 थावां च ते गए तो उत्थों दी तलीम हासिल की। तो असी 5 मुल्क नहीं लिखने, मैं जिहड़ा है ना वो इनू प्लीज़ इहदी थोड़ी करैक्शन कर लेना। 5 थावां च गए। फिर आप दे रूहानी जिहड़े मुर्शद सन वो ख्वाजा बख्तियार काकी साहब सन। आप जिहड़े रूहानी आपने जिन्हां दी रूहानियत जिन्हां दे आप बैत होए। ये भी एक जगह ते रवायत में पढ़ी है कि आप सुल्तान महमूद गजनी दे भांजे सन। आपने शलूक लिखे। हुण शलूक की असी शलोक पढ़ लांगे या शलूक या शलोक जिन्हां नूं कहिंदे आपने वो लिखे ते असी इन्हां दे बारे इहदी तारीफ पढ़ लांगे। आप दी जिन्नी शायरी है टोटल शलोकां दे विच ते कुछ अपनी इस तो अड किताबां भी लिखियां उन्हां दे बारे भी असी वेख लैंदे आ। आप दे कलाम दा नाम शलोक बाबा फरीद या फरीदी शलोक बाबा वक्रे नामां तो क्योंकि आपने अपने हयात दे विच कोई किताब नहीं सी लिखी, तो किताब लिखण दा कोई कंसैप्ट नहीं सीगा। आप दी वफात तो बाद किताब लिखी गई। खैर बाबा गुरु नानक जिहड़े सन ना जिहड़े मोढी सन सिख मजहब दे उन्हां ने जिहड़ा है ना वो आप सरकार दे वड्डे पुत्तर तो ना इजाजत लैके आप दे शलोक अपने कलाम दे विच अपनी उस गुरु ग्रंथ दे विच शामिल कीते। ये बड़े एजाज दी गल है कि कोई जिहड़ा है ना वो इस तरह कोई एक नवे मजहब दा मोढी जिहड़ा है ना कोई रहनुमा किसी इहो जे बंदे नूं फॉलो करे दा मतलब है कि कोई बंदे च कोई गल है कोई बात है। ते बाबा गुरु नानक फरमांदे ने कि बाबा गुरु नानक बहुत ज़्यादा इंस्पायर्ड सन, बहुत ज़्यादा मुतासर सन बाबा जी सरकार तो बाबा फरीद सरकार तो। फरमांदे ने कि मन मुहम्मद तू मन किताबां 4 मन रब रसूल नूं सच्चाई दरबार। तो ਇਹਦਾ मतलब है कि जे कोई इंटलैक्चुअली कोई बेहतर होवे तो लोग ਉਹਨੂੰ एक्नॉलेज करते हैं तो ਉਹਦੇ ਤੋਂ इंस्पिरेशन भी लेंदे ने। खैर गल कर लीए आप सरकार दी किताबां दी ते आप दी किताब है राहतुल कुलूब। ये नसर तो मुतल्लिक है। इसरारुल औलिया ये भी नसर तो मुतल्लिक है। आप दे हकामात दे बारे है। एक फवाइदुस सालिकीन है वो आप दे मुर्शद दे इरशादात नूं आपने जिहड़ा है ना वो एक वखरी थां ते आपने लिखिया सी तो उन्होंने बाद चों किताबी रंग दे दिता गया। तो फिर आखिरी जिहड़ा शायरी मजमूआ आएगा शलोक फरीदी या
ਸ਼ਲੋਕ ਫਰੀਦ ਜਾਂ ਫਰੀਦੀ ਸ਼ਲੋਕ, ਠੀਕ ਹੈ। ਇਹ ਜੋ ਵੀ ਹੋਏਗਾ ਤੁਸੀਂ ਸ਼ਲੋਕ ਨੂੰ ਯਾਦ ਰੱਖਣਾ, ਬਾਕੀ ਸਭ ਗੱਲਾਂ ਭੁੱਲ ਜਾਣੀਆਂ। ਹੁਣ ਅਸੀਂ ਵੇਖ ਲੈਂਦੇ ਹਾਂ ਜੋ ਅਸੀਂ ਅੱਗੇ ਪੜਾਂਗੇ ਸ਼ਲੋਕ ਕਹਿੰਦੇ ਕਿਸ ਚੀਜ਼ ਨੂੰ ਆ, ਉਹਨੂੰ ਜ਼ਰਾ ਅਸੀਂ ਵੇਖ ਲੈਂਦੇ ਹਾਂ। ਸ਼ਲੋਕ ਨਾ ਸ਼ੇਰ ਵਰਗਾ ਹੁੰਦਾ। ਇਹਦੇ ਚ ਬਾਬਾ ਜੀ ਸਰਕਾਰ ਨੇ ਸਿਰਫ ਬਾਬਾ ਜੀ ਤੋਂ ਬਾਅਦ ਕਿਸੇ ਨੇ ਸ਼ਲੋਕ ਕਹੇ ਵੀ ਨਹੀਂ, ਸਿਰਫ ਖਾਲੀ ਬਾਬਾ ਜੀ ਦੇ ਹੀ ਕਲਾਮ ਨੂੰ ਸ਼ਲੋਕ ਕਿਹਾ ਜਾਂਦਾ ਹੈ। ਤੇ ਉਸ ਤੋਂ ਬਾਅਦ ਮੈਂ ਅੱਜ ਤੱਕ ਪੰਜਾਬੀ ਥੋੜੀ ਪੜ੍ਹੀ ਹੈ, ਲੇਕਿਨ ਮੈਂ ਅੱਜ ਤੱਕ ਨਹੀਂ ਜਾਣ ਸਕਿਆ ਕੋਈ ਇਸ ਤਰ੍ਹਾਂ ਦਾ ਸ਼ਲੋਕ ਦਾ ਸਿਰਫ ਬਾਬਾ ਜੀ ਨੇ ਲਿਖਿਆ। ਸ਼ਲੋਕ ਇੱਕ ਸ਼ੇਰ ਨੂੰ ਹੀ ਕਿਹਾ ਜਾਂਦਾ, ਪੰਜਾਬੀ ਦੇ ਸ਼ੇਰ ਨੂੰ, ਜਿਹੜਾ ਜਿਹਦੇ ਵਿੱਚ ਨਾ ਬਹਿਰ ਤੇ ਵਜ਼ਨ ਦਾ ਥੋੜਾ ਜਿਹਾ ਖਿਆਲ ਰੱਖਿਆ ਜਾਂਦਾ ਹੈ। ਤੇ ਆਮ ਤੌਰ ਤੇ ਮਕਤਾ ਮਤਲਾ ਵੀ ਇਹਦਾ ਹੁੰਦਾ ਹੈ, ਇਹਦਾ ਸਿਰ ਪੈੜ ਹੁੰਦੇ ਨੇ। ਅੱਜ ਦੀ ਆਜ਼ਾਦ ਨਜ਼ਮ ਕੋਈ ਦਾ ਕੰਮ ਨਹੀਂ ਹੈਗਾ, ਤਾਂ ਮਕਤਾ ਮਤਲਾ ਔਰ ਇਹਦੇ ਅੰਦਰ ਜਿਹੜਾ ਨਾ ਰਦੀਫ ਕਾਫੀਆ ਵੀ ਹੁੰਦੇ ਨੇ। ਖੈਰ ਅਸੀਂ ਇਹਨਾਂ ਦੀ ਮੁਹੰਮਦ ਆਸਫ ਖਾਨ ਦੀ ਜਿਹੜਾ ਤਾਰੀਫ ਪੜ੍ਹ ਕੇ ਤੇ ਇਹਨੂੰ ਹੀ ਕੋਟ ਕਰ ਲਾਂਗੇ, ਅਸੀਂ ਹੋਰ ਕਿਸੇ ਝੰਜਟ 'ਚ ਪੈਂਦੇ ਨਹੀਂ ਹੈਗੇ। ਦੋ ਜਾਂ ਦੋ ਤੋਂ ਵੱਧ ਮਿਸਰਿਆਂ ਵਾਲੀ ਇੱਕ ਅਜਿਹੀ ਨਜ਼ਮ, ਇੱਕ ਇਹੋ ਜਿਹੀ ਨਜ਼ਮ ਜਿਸ ਨੂੰ ਕਿਸੇ ਅੱਲਾ ਲੋਕ ਨੇ ਲਿਖਿਆ ਹੋਵੇ, ਠੀਕ ਹੈ। ਇਸ ਵਿੱਚ ਮੌਜ਼ੂ ਦੀ ਕੋਈ ਕੈਦ ਨਹੀਂ, ਕੁਝ ਵੀ ਮੌਜ਼ੂ ਰੱਖਿਆ ਜਾ ਸਕਦਾ ਹੈ। ਰੱਬ ਦੀ ਹਮਦ ਤੋਂ ਲੈ ਕੇ ਸਰਕਾਰੀ ਮਸ਼ੀਨਰੀ ਤੇ ਜ਼ੁਲਮੋ ਜਬਰ ਨੂੰ ਮੌਜ਼ੂ ਬਣਾਇਆ ਜਾ ਸਕਦਾ ਹੈ। ਇਹ ਮੁਹੰਮਦ ਆਸਫ ਖਾਨ ਸਾਹਿਬ ਕਹਿ ਰਹੇ ਨੇ ਸ਼ਲੋਕਾਂ ਦੇ ਬਾਰੇ। ਇਹ ਜੀ ਥੋੜਾ ਜਿਹਾ ਮੁਖਤਸਰ ਜਿਹਾ ਤਾਰੁਫ ਸੀ ਸਰਕਾਰ ਦਾ, ਤੁਸੀਂ ਇਹੋ ਹੀ ਲਿਖ ਲੋਗੇ, ਇਟਸ ਮੋਰ ਦੈਨ ਇਨਫ। ਇਹਨੂੰ ਜੋ ਐਕਸਪਾਊਂਡ ਕਰਕੇ, ਮੈਂ ਤਾਂ ਪੁਆਇੰਟਾਂ 'ਚ ਲਿਖਿਆ, ਇਹਨੂੰ ਐਕਸਪਾਊਂਡ ਕਰਕੇ ਲਿਖੋਗੇ ਬਹੁਤ ਲੰਬਾ ਲਿਖਿਆ ਜਾਏਗਾ। ਕੋਸ਼ਿਸ਼ ਕਰਨਾ ਬੋਗੀ ਨਹੀਂ ਮਾਰਨੀ, ਟੂ ਦਾ ਪੁਆਇੰਟ ਲਿਖਣਾ। ਜੇ ਨਹੀਂ ਆਉਂਦਾ ਗਲਤ ਲਿਖਣ ਦੀ ਕੋਸ਼ਿਸ਼ ਨਹੀਂ ਕਰਨੀ, ਆਮ ਤੌਰ ਤੇ ਐਗਜ਼ਾਮੀਨਰ ਚੈੱਕ ਕਰ ਲੈਂਦਾ। ਅੱਛਾ ਮਿੱਤਰੋ, ਗੱਲ ਇਸ ਤਰ੍ਹਾਂ ਹੈ ਕਿ ਵੀ ਜਦੋਂ ਆਪਾਂ ਇਹਨਾਂ ਦੇ ਸ਼ੇਰਾਂ ਦੀ ਤਸ਼ਰੀਹ ਕਰਨੀ ਹੈ ਨਾ, ਤੇ ਉਦੋਂ ਤੁਹਾਨੂੰ ਬਿਹਤਰ ਪਤਾ ਕਿ ਵੀ ਤੁਸੀਂ ਉਹਨੂੰ ਕਿਵੇਂ ਘੁਮਾਉਣਾ। ਵੈਸੇ ਤਾਂ ਬਾਬਾ ਜੀ ਦੇ ਸ਼ੇਰਾਂ ਦੇ ਉਹਦੀ ਇੱਕ ਸ਼ਨਾਖਤ ਇਹ ਵੀ ਹੈ ਕਿ ਵੀ ਇਹਨਾਂ ਦੇ ਸਟਾਰਟ ਤੇ ਨਾ ਬਾਬਾ ਫਰੀਦ ਦਾ ਨਾਂ ਕਿਤੇ ਨਾ ਕਿਤੇ ਜ਼ਰੂਰ ਆਏਗਾ, ਲੇਕਿਨ ਕੁਝ ਸ਼ੇਰ ਇਹੋ ਜਿਹੇ ਵੀ ਨੇ ਕਿ ਜਿਨ੍ਹਾਂ ਦੇ ਨਾਲ ਬਾਬੇ ਦਾ ਨਾਂ ਨਹੀਂ ਆਣਾ। ਇਹਦੇ 'ਚ ਤੁਸੀਂ ਫਿਰ ਜੇ ਤੁਸੀਂ ਇਹ ਯਾਦ ਰੱਖ ਲਓਗੇ ਤੇ ਮੋਸਟਲੀ ਇਹਨਾਂ ਤੋਂ ਓਰੀਐਂਟਡ ਹੀ ਕੁਝ ਆਉਂਦਾ ਹੈ। ਯੂਜੂਅਲੀ ਬਾਬਾ ਜੀ ਦੀ ਸ਼ਾਇਰੀ ਦੇ ਬਾਰੇ ਪੁੱਛਿਆ ਜਾਂਦਾ ਹੈ। ਬਾਬਾ ਜੀ ਦੀ ਹੁਣ ਨਾ ਕਦੇ ਵੀ ਹੁਣ ਜਿਹੜਾ 2016 ਤੋਂ ਬਾਅਦ ਜਿਹੜਾ ਇਮਤਿਹਾਨੀ ਮਾਮਲਾ ਥੋੜਾ ਚੇਂਜ ਹੋਇਆ ਨਾ, ਉਹਦੇ ਵਿੱਚ ਕੀ ਕਰਦੇ ਨੇ ਹੁਣ ਥੋੜਾ ਜਿਹਾ ਟ੍ਰਿਕੀ ਕਰ ਦਿੰਦੇ ਨੇ, ਗੱਲ ਉਹੀ ਪੁੱਛਦੇ ਨੇ। ਉਹਨਾਂ ਪੁੱਛਣਾ ਵੀ ਬਾਬਾ ਜੀ ਦੀ ਸ਼ਾਇਰੀ ਦੇ ਵਿੱਚ ਤੁਸੀਂ ਤਸਵੁਫ ਦਾ ਕੋਈ ਰੰਗ ਦੱਸੋ, ਤਾਂ ਬਈ ਤੁਸੀਂ ਫਿਰ ਇਹਨੂੰ ਖੋਲ ਦੇਣਾ, ਸਹੀ ਹੈ ਨਾ। ਇਹਨੂੰ ਆਪਣਾ ਫਿਰ ਤੁਸੀਂ ਇਹਨੂੰ ਤਸਵੁਫ ਦੇ ਬਾਰੇ ਮੋੜ ਦੇਣਾ, ਸਾਰਾ ਤਸਵੁਫ ਹੀ ਹੈ। ਬਾਬਾ ਜੀ ਦੀ ਸ਼ਾਇਰੀ ਦੇ ਵਿੱਚ ਆਖਰਤ ਦਾ ਕੋਈ ਦੱਸੋ, ਆ ਸਾਰਾ ਆਖਰਤ ਹੀ ਹੈ। ਬਾਬਾ ਜੀ ਦੀ ਸ਼ਾਇਰੀ ਦੇ ਵਿੱਚ ਇਸਲਾਮ ਦੱਸੋ, ਆ ਸਾਰਾ ਇਸਲਾਮ ਹੀ ਹੈ। ਸੋ ਤੁਸੀਂ ਉਹਨੂੰ ਆਪਣੇ ਮੁਤਾਬਕ ਥੋੜਾ ਜਿਹਾ ਐਗਜ਼ਾਮੀਨਰ ਉਹਨੂੰ ਸੈਟੀਸਫਾਈ ਕਰਨਾ ਹੈ। ਲੇਕਿਨ ਆ 14 ਸ਼ੇਰ ਨਹੀਂ, ਇਹ ਬਹੁਤ ਨੇ, ਯਕੀਨ ਕਰੋ ਬਹੁਤ ਜ਼ਿਆਦਾ ਨੇ। ਜੇ ਤੁਸੀਂ ਇਹ ਯਾਦ ਕਰ ਲੋਗੇ, ਅਸੀਂ ਇਹਨਾਂ ਨੂੰ ਪੜ੍ਹ ਲੈਂਦੇ ਹਾਂ ਤੇ ਥੋੜਾ ਜਿਹਾ ਸਮਝ ਵੀ ਲੈਂਦੇ ਹਾਂ। ਕੋਸ਼ਿਸ਼ ਕਰੋ ਕਿ ਜਿਹੜਾ ਸ਼ੇਰ ਯਾਦ ਕਰਨਾ ਹੋਵੇ, ਵੀਡੀਓ ਸੇਵ ਕਰ ਲਓ। ਯਾਦ ਕਰਨ ਦਾ ਤਰੀਕਾ ਹੈ ਕਿ ਜਦੋਂ ਮੈਂ ਸ਼ੇਰ ਪੜਾਂਗਾ ਉਹਨੂੰ 2-3 ਵਾਰ ਸੁਣ ਲਓ, ਬਸ ਵਾਪਸ ਕਰਕੇ ਸੁਣ ਲਓ। ਇਨਸ਼ਾਅੱਲਾ ਤੁਹਾਨੂੰ 2-3 ਵਾਰ ਸੁਣ ਲੋਗੇ ਤੁਹਾਨੂੰ ਯਾਦ ਹੋ ਜਾਏਗਾ। ਮੈਂ ਕੋਸ਼ਿਸ਼ ਕਰਾਂਗਾ ਕਿ ਯਾਦ ਕਰਾਉਣ ਵਾਲੇ ਤੇ ਸਮਝਾਉਣ ਵਾਲੇ ਟੋਨ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਾਂ, ਜਾਂ ਉਸ ਹਿਸਾਬ ਨਾਲ ਮੈਂ ਕੋਈ ਬਹੁਤ ਵੱਡਾ ਸਾਰਾ ਉਹ ਲੈਕਚਰਰ ਨਾ ਬਣ ਜਾਵਾਂ, ਬਲਕਿ ਮੈਂ ਕੋਈ ਇੱਕ ਸਟੂਡੈਂਟ ਬਣ ਕੇ ਆਪਾਂ ਇੱਕ ਵਰਗੀ ਕੋਈ ਗੱਲ ਰਲਦੀ ਮਿਲਦੀ ਕਰੀਏ। ਤੇ ਇਨਸ਼ਾਅੱਲਾ ਤਾਲਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਦੇ ਐਂਡ ਤੱਕ ਤੁਹਾਨੂੰ ਬਾਬਾ ਜੀ ਦੇ ਕਾਫੀ ਜ਼ਿਆਦਾ ਕਨਸੈਪਟ ਕਲੀਅਰ ਹੋ ਜਾਣਗੇ। ਲਓ ਜੀ, ਬਿਸਮਿਲ੍ਲਾ ਪੜ੍ਹ ਕੇ ਆਪਾਂ ਬਾਬਾ ਜੀ ਦੇ ਸ਼ੇਰਾਂ ਦੀ ਤਸ਼ਰੀਹ ਸ਼ੁਰੂ ਕਰਦੇ ਹਾਂ। ਬਾਬਾ ਫਰੀਦ ਦਾ ਜਿਹੜਾ ਸਭ ਤੋਂ ਪਹਿਲਾ ਸ਼ੇਰ ਅਸੀਂ ਰੱਖਿਆ ਹੈ ਨਾ, ਉਹ ਬਾਬਾ ਜੀ ਉਹਦੇ 'ਚ ਕਹਿੰਦੇ ਨੇ ਕਿ ਫਰੀਦਾ ਰੋਟੀ ਮੇਰੀ ਕਾਠ ਦੀ। ਕਾਠ ਕਹਿੰਦੇ ਨੇ ਲੱਕੜ ਦੀ, ਜਿਹੜਾ ਹੁੰਦਾ ਨਾ ਉਹ ਤੁਹਾਡੀ ਤਸਵੀਰ ਦੇ ਅੱਗੇ ਆਉਂਦਾ ਹੋਣਾ, ਅੱਗੇ ਲਾਇਤਾ ਹੋਣਾ ਤਸਵੀਰ। ਰੋਟੀ ਮੇਰੀ ਕਾਠ ਦੀ, ਜਿਹੜੀ ਮੇਰੀ ਰੋਟੀ ਹੈ ਨਾ ਉਹ ਕੋਈ ਚੋਪੜੀ ਨਹੀਂ ਹੈਗੀ, ਉਹ ਤਾਂ ਲੱਕੜ ਦੀ ਰੋਟੀ ਹੈ ਬਈ, ਉਹ ਸਖਤ ਰੋਟੀ। ਮਤਲਬ ਹੈ ਕਿ ਰੋਟੀ ਮੈਂ ਪੁਰਾਣੀ ਖਾਣਾ। ਕਾਠ ਦੀ ਰੋਟੀ ਕਿਦੋਂ ਹੁੰਦੀ, ਜਦੋਂ ਸੁੱਕ ਜਾਂਦੀ, ਸਮਝ ਆਈ। ਤੇ ਮੇਰੀ ਰੋਟੀ ਜਿਹੜੀ ਨਾ ਉਹ ਕਾਠ ਦੀ ਹੈ, ਸੁੱਕੀ ਪਈ ਹੈ, ਮੈਂ ਕੱਲ ਦੀ ਰੋਟੀ ਖਾਣੇ ਆ ਜਾਂ ਕਿਤੋਂ ਵੀ ਫੜ ਕੇ ਚੁੱਕ ਕੇ ਮੈਂ ਰੋਟੀ ਖਾ ਲੈਣਾ। ਤੇ ਲਾਉਣ ਮੇਰੀ ਭੁੱਖ, ਲਾਉਣ ਮੇਰੀ ਭੁੱਖ, ਭੁੱਖ ਤੋਂ ਵੀ ਪਤਾ ਲਾਉਣ ਤੋਂ ਮੁਰਾਦ ਨੀਚੇ ਉਤਾਰਨਾ, ਖਤਮ ਕਰਨਾ, ਭੁੱਖ ਤੋਂ ਮੁਰਾਦ ਹੰਗਰ। ਫਰੀਦਾ ਰੋਟੀ ਮੇਰੀ ਕਾਠ ਦੀ ਤੇ ਲਾਉਣ ਮੇਰੀ ਭੁੱਖ, ਜਿਨ੍ਹਾਂ ਖਾਧੀਆਂ ਚੋਪੜੀਆਂ ਜਾਂ ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਬਈ ਇਹਦੇ ਤੋਂ ਮਤਲਬ ਕੀ ਹੈ? ਇਹਦੇ ਤੋਂ ਮਤਲਬ ਹੈ ਕਿ ਬਾਬਾ ਜੀ ਕਹਿੰਦੇ ਆ, ਅੱਛਾ ਇਹਦੇ 'ਚ ਮੈਂ ਤੁਹਾਨੂੰ ਦੱਸ ਦਿਆਂ, ਜਿਨ੍ਹਾਂ ਤੋਂ ਮੁਰਾਦ whoever ਖਾਧੀ ਈਟਿੰਗ ਚੋਪੜੀ, ਮਤਲਬ ਇਹ ਹੈ ਕਿ ਜੋ ਡਿਲੀਸ਼ੀਅਸ ਫੂਡ ਜਿੰਨਾ ਖਾਧਾ, ਉਹ ਘਣੇ ਦਾ ਮੁਰਾਦ ਹੈਗਾ ਬਹੁਤ ਜ਼ਿਆਦਾ, ਠੀਕ ਹੈ। ਘਣੇ ਬਹੁਤ ਜ਼ਿਆਦਾ ਸਹਿਣਗੇ, ਬਰਦਾਸ਼ਤ ਕਰਨਗੇ ਦੁੱਖ, ਦੁੱਖ ਦਾ ਤੁਹਾਨੂੰ ਪਤਾ ਹੀ ਹੈ। ਸੋ ਬਾਬਾ ਜੀ ਇਹਦੇ 'ਚ ਇਹ ਕਹਿਣ ਦੇਣ ਹੈ ਕਿ ਬਈ ਜਿਹੜੀ ਮੇਰੀ ਰੋਟੀ ਹੈ ਨਾ, ਮੈਂ ਤਾਂ ਬਈ ਕਿਤੋਂ ਵੀ, ਮੈਂ ਤਾਂ ਮਲੰਗ ਬੰਦਾ, ਮੈਂ ਕਿਤੋਂ ਵੀ ਕੁਝ ਵੀ ਖਾ ਲੈਣਾ ਵਾ। ਕੱਲ ਦੀ ਰੋਟੀ ਵੀ ਖਾ ਲੈਣਾ, ਸੁੱਕੀ ਰੋਟੀ ਵੀ ਖਾ ਲੈਣਾ। ਇਸੇ ਲਈ ਵੀ ਮੈਨੂੰ ਕੋਈ ਬਹੁਤੀ ਹਵਸ ਨਹੀਂ ਹੈਗੀ ਵੀ ਚੋਪੜੀਆਂ ਖਾਣੀਆਂ, ਮੈਂ ਕੋਈ ਪੀਜ਼ੇ ਸ਼ਵਾਰਮੇ ਬਰਗਰ ਖਾਣੇ, KFC ਖਾਣਾ ਇਸਰਾਈਲ ਦਾ, ਜਾਂ ਮੈਂ ਕੁਛ ਇਸ ਤਰ੍ਹਾਂ ਦਾ ਕੰਮ ਕਰਨਾ। ਉਹ ਕਹਿੰਦੇ ਮੈਨੂੰ ਇਹੋ ਜਿਹੀ ਕੋਈ ਗਰਜ ਨਹੀਂ ਹੈਗੀ। ਹਾਂ, ਜਿਹੜੇ ਖਾਣਗੇ ਨਾ ਉਹਨਾਂ ਨੂੰ ਦੁੱਖ ਵੀ ਲੱਗਣਗੇ, ਉਹਨਾਂ ਨੂੰ ਚਿੰਤਾ ਲੱਗ ਜਾਏਗੀ, ਵੀ ਕੱਲ ਦੀ ਫਿਕਰ ਲੱਗ ਜਾਏਗੀ ਵੀ ਕੱਲ ਨੂੰ ਇਹ ਚੋਪੜੀ ਕਿੱਥੋਂ ਲੱਭੂ। ਫਿਰ ਜਦੋਂ ਚੋਪੜੀ ਖਾਣਗੇ ਉਹਨਾਂ ਨੂੰ ਫਿਰ ਸਟਮਕ ਇਸ਼ੂਜ਼ ਵੀ ਹੋਣਗੇ, ਦੂਜੇ ਉਤਰੇ ਪਤਲੇ ਇਸ਼ੂਜ਼ ਹੋਣਗੇ। ਸੋ ਇਸ ਲਈ ਬਾਬਾ ਜੀ
ਸਟਮਕ ਇਸ਼ੂਜ਼ ਤਾਂ ਤੂੰ ਆਪਣੇ ਆਪ ਤੋਂ ਲਾਇਆ ਨਾ, ਮੈਂ ਆਪਣੇ ਆਪ ਤੋਂ ਲਾਇਆ, ਲੇਕਿਨ ਉਹਨਾਂ ਨੂੰ ਹੋਰ ਇਸ਼ੂਜ਼ ਹੋਣਗੇ ਨਾ, ਉਹਨਾਂ ਨੂੰ ਜਿਹੜੇ ਉਹਨਾਂ ਨੂੰ ਚੋਪੜੀ ਦੀ ਚਿੰਤਾ ਹੋਣੀ, ਫਿਰ ਵੀ ਚੋਪੜੀ ਹੁਣ ਕੱਲ ਕਿੱਥੋਂ ਲੱਭਣੀ, ਉਹਨਾਂ ਨੂੰ ਫਿਕਰ ਹੋਣੀ ਵੀ ਕੱਲ ਕਿੱਥੋਂ ਲੱਭਣੀ, ਫਿਰ ਉਹਨਾਂ ਨੂੰ ਚੋਪੜੀ ਦੇ ਬਾਰੇ ਹਵਸ ਲੱਗ ਜਾਣੀ ਹੈ। ਸੋ ਬਾਬਾ ਜੀ ਦਾ ਮਤਲਬ ਇਹ ਹੈ। ਲੇਕਿਨ ਉਹ ਫਿਰ ਬਾਬਾ ਜੀ ਤਸਵੁਫ ਦੇ ਹੈਗੇ ਸਨ, ਤੇ ਉਹਨਾਂ ਨੇ ਫਿਰ ਸਮਝ ਸੀ ਕਿ ਜਿਨ੍ਹਾਂ ਚੋਪੜੀਆਂ ਖਾਣੀਆਂ ਉਹਨਾਂ ਨੂੰ ਫਿਰ ਮਿਹਦੇ ਦਾ ਵੀ ਸਿਆਪਾ ਬਣਨਾ। ਸੋ ਬਾਬਾ ਜੀ ਦਾ ਇਹ ਸ਼ੇਰ ਦਾ ਮਤਲਬ ਇਹ ਆ ਕਿ ਬਈ ਮੈਂ ਤਾਂ ਜਿਹੜੀ ਤੁਸੀਂ ਸਾਦਗੀ ਪਸੰਦ ਜ਼ਿੰਦਗੀ ਲੰਘਾਓਗੇ ਤੇ ਇਨਸ਼ਾਅੱਲਾ ਤੁਹਾਨੂੰ ਸੌਖੀ ਰਹਿਣਗੀ, ਇਹ ਤੁਹਾਡੀ ਭੁੱਖ ਵੀ ਲੈ ਜਾਏਗੀ। ਇਹਦੇ 'ਚ ਇੱਕ ਮੁਰਾਦ ਇਹ ਵੀ ਲਈ ਜਾਂਦੀ ਹੈ ਬਾਬਾ ਜੀ ਦੀ ਕਿ ਜਿਹੜੇ ਫਕੀਰ ਹੁੰਦਾ ਨਾ ਉਹਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਤੇ ਖਾਹਿਸ਼ਾਂ ਦੀ ਜਿਹੜੀਆਂ ਬਾਦਸ਼ਾਹ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ। ਸੋ ਉਹਨਾਂ ਨੂੰ ਦੁੱਖ ਲੱਗੇ ਰਹਿੰਦੇ ਆ ਵੀ ਹੋਰ ਲੈਣਾ, ਫਲਾਣੀ ਸਲਤਨਤ ਵੀ ਲੈਣੀ, ਫਲਾਣੀ ਸਲਤਨਤ ਵੀ ਲੈਣੀ। ਬਾਦਸ਼ਾਹ 24 ਘੰਟੇ ਤੁਹਾਨੂੰ ਪਰੇਸ਼ਾਨ ਹੀ ਮਿਲੇਗਾ। ਜੇ ਕੋਈ ਫਕੀਰ ਉਹ ਸੜਕ ਤੇ ਵੀ ਸੁੱਤਾ ਹੋਵੇਗਾ ਤਾਂ ਇੰਜ ਟੈਨਸ਼ਨ ਫਰੀ ਸੁੱਤਾ ਹੋਵੇਗਾ, ਉਹਨੂੰ ਕੋਈ ਫਿਕਰ ਹੀ ਕੋਈ ਨਹੀਂ, ਕਿਉਂਕਿ ਉਹਦੇ ਕੋਲ ਖੋਣ ਵਾਸਤੇ ਕੁਝ ਹੁੰਦਾ ਨਹੀਂ ਨਾ, ਇਸ ਲਈ। ਅੱਛਾ ਜੀ, ਹੁਣ ਅਸੀਂ ਅਗਲਾ ਦੂਜਾ ਸ਼ੇਰ ਵੇਖ ਲੈਂਦੇ ਹਾਂ। ਬਾਬਾ ਜੀ ਨਮਾਜ਼ ਦੇ ਬਾਰੇ ਇਹ ਕਹਿੰਦੇ ਨੇ ਕਿ ਫਰੀਦਾ ਬੇਨਮਾਜ਼ ਕੁੱਤਿਆ, ਆਪਣੇ ਆਪ ਨੂੰ ਕਹਿੰਦੇ ਨੇ ਓਏ ਫਰੀਦਾ ਤੂੰ ਬੇਨਮਾਜ਼ ਕੁੱਤਾ ਹੈ। ਇਹ ਭਲੀ ਨਾ ਰੀਤ, ਭਲੀ ਅੱਛੀ, ਇਟਸ ਨਾਟ ਅ ਗੁੱਡ ਹੈਬਿਟ। ਉਹ ਇਹ ਕਹਿੰਦਾ ਹੈ ਕਿ ਇਹ ਭਲੀ ਨਾ ਰੀਤ, ਰੀਤ ਰਸਮ ਰਿਵਾਜ, ਰੀਤ ਉਹਨੂੰ ਕਹਿੰਦੇ ਨੇ ਨਾ, ਤਾਂ ਇਹ ਭਲੀ ਨਾ ਰੀਤ ਫਰੀਦਾ ਬੇਨਮਾਜ਼ ਕੁੱਤਿਆ, ਓਏ ਕੁੱਤਿਆ ਇਹ ਕੋਈ ਚੰਗੀ ਰੀਤ ਨਹੀਂ ਹੈ, ਕੋਈ ਚੰਗੀ ਰਸਮ ਨਹੀਂ, ਤੂੰ ਨਮਾਜ਼ ਨਹੀਂ ਪੜਦਾ। ਕਦੀ ਚੱਲ ਨਾ ਆਇਓ, ਚੱਲ वॉक, तू कभी चल ना आयो पंजे वक्त मस्जिद, कि तू कभी भी ओए ओए फरीद, ओए तू कैसा बंदा है, मस्जिद में आता नहीं नमाज पढ़ने, तो कभी आज तक नहीं आया। ਉਹਨਾਂ ਦਾ ਮਤਲਬ ਹੈ ਜਿਹੜੇ ਬਹੁਤੇ ਉਰਦੂ ਸਪੀਕਿੰਗ ਨੇ ਉਹਨਾਂ ਨੂੰ ਵੀ ਸਮਝ ਲੱਗ ਗਈ ਹੋਣੀ ਹੈ ਬਈ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਕਰਕੇ ਕਹਿੰਦੇ ਨੇ ਕਿ ਵੀ ਤੂੰ ਕੈਸਾ ਗੰਦਾ ਬੰਦਾ ਹੈ। ਜਿਹੜੇ ਸੂਫੀ ਲੋਕ ਹੁੰਦੇ ਨੇ ਨਾ ਆਪਣੀ ਨਫੀ ਕਰਦੇ ਆ, ਜ਼ਾਤ ਦੀ ਹਮੇਸ਼ਾ ਨਫੀ ਕਰਦੇ ਆ। ਤਸੱਵੁਫ ਆਪਣੇ ਆਪ ਦੀ ਨਫੀ ਕਰਨ ਦਾ ਨਾਮ ਹੈ ਨਾ, ਵਹਦਤੁਲ ਵਜੂਦ, ਵਹਦਤੁਲ ਸ਼ਹੂਦ, ਉਹ ਸਭ ਕੁਝ ਇੱਥੋਂ ਹੀ ਇਹਨਾਂ ਨਜ਼ਰੀਆਤਾਂ ਤੋਂ ਹੀ, ਯਾਨੀ ਜੋ ਮੈਂ ਕੁਝ ਵੀ ਨਹੀਂ ਹੈਗਾ, ਸਭ ਕੁਝ ਤੂੰ ਹੀ ਹੈ। ਤੋ ਉਹ ਆਪਣੀ ਇਸ ਲਈ ਇੱਥੇ ਕੁੱਤਾ ਆਪਣੇ ਆਪ ਨੂੰ ਕਹਿੰਦੇ ਨੇ, ਆਪਣੇ ਆਪ ਨੂੰ ਛੋਟਾ ਗੰਦਾ ਕਹਿੰਦੇ ਨੇ ਤੂੰ ਕੈਸਾ ਗੰਦਾ ਬੰਦਾ ਹੈ, ਤੂੰ ਕਦੀ ਮਸੀਤ ਤੇ ਨਮਾਜ਼ ਪੜਨ ਨਹੀਂ ਗਿਆ। ਉੱਠ ਫਰੀਦਾ ਸੁੱਤਿਆ, ਸੁੱਤਿਆ ਸਲੀਪਿੰਗ, ਉੱਠ ਜਾਗ ਜਾओ फरीदा सुत्या, झाड़ू दे मसीत, यहां झाड़ू है, झाड़ू दे मसीत, झाड़ू क्लीन द मॉस्क, मस्जिद नूं साफ कर। तू सुत्ता, तू सुत्ता, तू सोया हुआ है, रब जागदा, रब तेरा जागदा पिया। तेरी डाडे, डाडा मतलब जो जो मजबूत ताकतवर कहार नाल, तेरी ओमनीपोटेंट नाल, तेरी सुपर पावर नाल तेरी प्रीत है, तेरा उहदे नाल प्यार है, तू किहो जिहा बंदा है। उठ फरीदा सुत्या, ओ फरीदा उठ जा सुत्या, झाड़ू दे मसीत, चल के मसीते जा ते उत्थे झाड़ू दे। तू सुत्ता है ते तेरा रब जागदा है, वो की करना है, तेरी प्रीत बड़े डाडे नाल ही, इसलिए जा मसीते जा, मसीते दा कोई काम शम कर, कोई उत्थे झाड़ू दे, कोई सजदे कर। ए शेर दा मतलब आया, इनू मैं उर्दू जी तुहानू समझा दियां। फरीद उठ जाओ और मस्जिद में जाके वहां पे झाड़ू दो, मस्जिद में जाओ, वहां पे कुछ काम करो, क्योंकि तू सोया हुआ है और तेरा खुदा जाग रहा है, और तुम्हारी जो मोहब्बत है ना वो बहुत बड़ी पावर के साथ है। अगर आप कहते तो मैं अंग्रेजी में भी समझा देता हूं, बट आई डोंट थिंक देयर इज एनी नीड टू। हो सकता है आपका कॉन्सेप्ट क्लियर हो गया हो। अच्छा, हम इसको बाद में मैं सारों को बोल भी दूंगा ताकि आप आखिर वाले क्लिप को थोड़ा निकाल के रख लें, आपको फिर याद हो जाएंगे वो। अच्छा जी, अगला इन्हां दा शेर है जी, सॉरी मैं विच उर्दू इसलिए पढ़ने आ क्योंकि अक्सर बच्चे मैनूं कहा ही भी उर्दू मीडियम भी बच्चे ओप्ट करते हैं ना, ਤਾਂ ਹੀ ਫਿਰ ਉਹ ਉਰਦੂ ਮੀਡੀਅਮ ਵਾਸਤੇ ਸੌਖੀ ਹੋ ਜਾਂਦੀ। ਹੁਣ ਸਾਰੇ ਆਪਾਂ ਪੰਜਾਬੀ ਮੀਡੀਅਮ ਤਾਂ ਨਹੀਂ ਨਾ ਹੈਗੇ, ਕੁਝ ਉਰਦੂ ਮੀਡੀਅਮ ਬਲਕਿ ਬਹੁਤ ਸਾਰੇ ਉਰਦੂ ਮੀਡੀਅਮ ਹੁੰਦੇ ਨੇ ਜਿਹੜੇ ਟਾਪਰ ਟੂਪਰ ਹੁੰਦੇ ਨੇ। ਪੰਜਾਬੀ ਵਾਲੇ ਤਾਂ ਕਰਮ ਵਾਲੇ ਬਹੁਤ ਢਿੱਲੇ ਜਿਹੇ ਹੁੰਦੇ ਨੇ, ਉਹ ਘੱਟ ਮਿਹਨਤੀ ਹੁੰਦੇ ਨੇ ਯੂਜੂਅਲੀ ਕਿਤਾਬਾਂ ਦੇ ਬਾਰੇ। ਖੈਰ, ਚੌਥਾ ਸ਼ੇਰ ਪੜ੍ਹ ਲੈਂਦੇ ਆ ਜੀ ਬਾਬਾ ਜੀ ਦਾ। उठ फरीदा वजू साज सुबह नमाज गुजार। फिर उठने की बात कर रहे हैं सुबह के बारे में, और यहां से उठने, बाबा जी के उठने से मुराद ये है, यहां से उठने से मुराद ये कि जमीर के जाग जाने को, ठीक है। उठ फरीदा वजू साज, वजू करो, वजू अबुल्यूशन, सुबह, सुबह के टाइम नमाज गुजार। अच्छा, यहां से सुबह से मुराद आपकी अर्लियर डेज ऑफ लाइफ भी हैं, मतलब जो हमारे दिन है ना, हम मैं तो खैर मैं तो बुढ़ा हो गया हूँ, 30s में हूँ मैं, अपनी 31 साल का हो गया हूँ मैं। सो ये अर्ली डेज ऑफ लाइफ के बारे में वो अपनी जो जवानों को बता रहे हैं कि तुम अभी अर्ली डेज में हो, सुबह के, अभी तुम्हारी जिंदगी का सुबह है, उठो और खुदा का नाम लो। नमाज जो है ना वो जो है ना, इसके वो मीनिंग्स में ना, दूसरे माना में, मजाजी माना में, वो नौजवान को कह रहे हैं कि ओए कमले उठ जाओ और उठ के अपनी जिंदगी, अब तुम सोए हुए हो इसलिए अपनी जिंदगी का आगाज करो और खुदा की राह पे चल पड़ो। तो जो इसके एक्चुअल माना है उसमें वो कह रहे हैं कि
सुबह सुबह उठ के वो कह रहे हैं कि भाई तुम सुबह उठो, उठ के वजू करो और नमाज पढ़ो। फिर वो ये कहते हैं, जो सर साईं ना नीवे, जेड़ा भी सर, जो सर साईं के आगे, जो साईं है, जो सबका खुदा है, जो सबका मालिक खालिक है, जो उसके सामने नहीं झुकता, उसको कप करके उतार दो, उसको खत्म कर दो, फिनिश कर दो, उसकी जरूरत ही नहीं है कोई। आई होप कि ये समझ आ गया होगा। मतलब फरीद, सुबह के वक्त उठो और नमाज पढ़ो, और जो जो नमाज नहीं पढ़ता ना, उसको भी समझाओगे बंदे बनो, नमाज पढ़ो। उनका मतलब ये है कि उसको तलकीन करो। अल्लाह पाक कुरान शरीफ में फरमाते हैं ना, कुरान शरीफ में नबी वसल्लम की हदीस है कि अगर कहीं पे बुराई होती हुई देखो तो उसको अपने हाथ से रोको, अगर नहीं रोक सकते तो जुबान से रोको, जुबान से नहीं रोक सकते तो कम से कम दिल में बुरा जानो। सो वो कहते हैं कि इसको करो, खुद भी नमाज पढ़ो, दूसरों को भी पढ़ाओ। पांचवा शेर जो बाबा जी का है ना, वो कहते हैं, फरीदा मैनू मुंज कर। मुंज की मंजी का पता है आपको? वो जो जिस पे लेटने से वो जो मुंज इस तरह बनती है, वो बड़ी 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 सख्ती से मुंज बनती है, बड़ी मेहनत से मुंज बनती है। मुंज की चारपाई आमतौर पे पिंडों में होती है, देहातों में होती है, जिसके ऊपर लेटने से बंदे को वो थोड़ा फील होता है, मतलब वो प्लेन नहीं होती, थोड़ी खुरदरी सी होती है। वो कहते हैं मैनू मुंज कर। मुंज करने से मुराद खुद पे काम करो। और मुंज पता है ना, वो इस तरह से दली होती है, वो इस तरह से वो हुई होती है। तो मैनू मुंज कर, निक्की कर कर कुट। मैनू निक्की मुंज करके ना, उसको इस तरह करके, वो उसको मरोड़ के, उसको बींचने के बाद उसको छोटी छोटी करके अपनी मैं को कुट दो, उसको काट दो या कुटो, उसको मारो, अपने आप को मारो, अपनी जात की नफी करो। ये सेल्फ प्यूरिफिकेशन की बात कर रहे हैं यहाँ पे वो। फरीदा मैनू मुंज कर, निक्की कर कर कुट, भरे खजाने रब दे, जो भावें सब लुट। तो जो भावें सो लुट। वो कहते हैं कि अपने आप को नफी करो और खुदा से बात करो, खुदा के खजानों को जो है ना वो तलाशो, और खुदा के खजानों को लूट लो। इंज दियां गल्लां करदे मैंने बाबा जी। फरीदा मैनू मुंज कर, निक्की कर कर कुट, भरे खजाने रब दे, भरे अबंडेंट, फुल खजाने रब दे, जो भावें सो लुट। जो जो अच्छा लगता है, जो भाता है ना, उसको लूट लो तुम। अगला शेर है जी, फरीदा मन मैदान कर, टोए टिब्बे ला। हाय हाय हाय। वो कहते हैं कि अपने तुम्हारे दिमाग के अंदर जो गुरूर, तकब्बुर, फखर जैसा कुछ है, उसको मैदान कर दो। वो जो गुरूर के टोए हैं, जो टिब्बे हैं, जो पस्तियां हैं तुम्हारी शख्सियत की, वो जो टोए बने हुए हैं, जो टिब्बे बने हुए हैं, तुमने अपने आप को हॉटीनेस में इंडल्ज किया हुआ है, उसको खत्म कर दो। अगे मोल ना सी, अगे कोई फायदा नहीं होना, अगे मोल कोई फायदा नहीं होना, और सी दोजख सिंधी बहा, दोजख जाओगे, सीधे सीधे दोजख जाओगे, अगे कोई फायदा नहीं होना तुम्हारे इन टोयों का, टिब्बों का, हॉटीनेस का, सुरूर का, तकब्बुर का, सब चीजों का। अगो अपने अंदर वो अपने आप को मैदान कर लो। फिर जी बाबा जी कहते हैं, रुखी सुखी खा के ठंडा पानी पी, वेख पराई चोपड़ी ना तरसानी जी। मतलब जो भी तुम है, तुम जो जैसा सामने पड़ा है वैसा खाओ। दूसरों की आसाइशों को, उसकी चोपड़ी, उनकी रोटी देख के अपना दिल मत तरसाना, अपने हालात, अपने मामलात के साथ रहना। रुखी सुखी खा के ठंडा पानी पी, जो घर में दस्तयाब है, जो यहां पे ਤੁਹਾਡੇ ਕੋਲ है, ਉਹਨੂੰ ਖਾ ਕੇ ਤੇ ਠੰਡਾ ਪਾਣੀ ਪੀ ਕੇ ਤੇ ਸਕੂਨ ਨਾਲ ਸੌ ਜਾਓ। ਲੋਕਾਂ ਦੀਆਂ, ਉਹ ਕਹਿੰਦੇ ਨਾ ਕਿਸੇ ਦਾ ਮੂੰਹ ਲਾਲ ਹੋਵੇ ਤੇ ਆਪਣਾ ਚੰਡਾ ਮਾਰ ਕੇ ਲਾਲ ਨਹੀਂ ਕਰ ਲੈਣਾ ਚਾਹੀਦਾ ਬਈ, ਕਿਉਂਕਿ ਉਹਦਾ ਹੋ ਸਕਦਾ ਉਹਨੇ ਪਤਾ ਨਹੀਂ ਕੀ ਕੀਤਾ, ਵੀ ਉਹਨੂੰ ਕਿੱਥੋਂ ਕੁੱਟ ਖਾ ਗਿਆ ਜਾਂ ਕੀ ਕੀਤਾ ਉਹਨੇ, ਬਈ ਤੁਸੀਂ ਉਹਦਾ ਲਾਲ ਹੈ, ਵੀ ਤੁਹਾਡਾ ਜਿਹੜਾ ਨੈਚੁਰਲ ਰੰਗ ਹੈ ਉਹਨੂੰ ਉੱਥੇ ਹੀ ਰਹਿੰਦੇ। ਵੈਸੇ ਆ ਕੁੜੀਆਂ ਵਾਸਤੇ ਗੱਲ ਮੈਂ ਨਹੀਂ ਕੀਤੀ, ਆ ਮੁੰਡਿਆਂ ਵਾਸਤੇ ਕੀਤੀ ਆ, ਜਰਾ ਐਕਨੋਲੇਜ ਕਰ ਲੈਣਾ ਬਈ, ਆਪਣੀ ਆਪਣੀ ਮਰਜ਼ੀ, ਸੌਰੀ ਸਟੂ ਸੇ। अच्छा जी, अगे है ही लेने अगला शेर उन्होंने आ समझ आ गई होनी कि किसी ਨੂੰ ਕੋਈ ਕਿਸੇ ਸ਼ੇਰ ਦੀ ਕਿਸੇ ਲਫ਼ਜ਼ ਦੀ ਸਮਝ ਨਾ ਆਈ ਹੋਵੇ ਤੇ ਕਮੈਂਟ 'ਚ ਪੁੱਛ ਲੈਣਾ ਵੀ ਅੱਲਾ ਦੇ ਹੁਕਮ ਨਾਲ ਮੈਂ ਕੋਸ਼ਿਸ਼ ਕਰਾਂਗਾ ਹਰ ਇੱਕ ਕਮੈਂਟ ਦਾ ਜਵਾਬ ਦਿਆਂ, ਤਾਂ ਕਿ ਮੈਂ ਕਿਸੇ ਦਾ ਕੋਈ ਕਨਸੈਪਟ ਰਹਿੰਦਾ ਹੋਵੇ, ਕੋਈ ਆ ਮਜ਼ੀਦ ਤੁਸੀਂ ਇੰਪਰੂਵਮੈਂਟ ਕਰਨੀ ਹੋਵੇ, ਮਤਲਬ ਕੋਈ ਗੱਲ ਸਮਝ ਨਹੀਂ ਆਉਂਦੀ ਨਾ, ਤੇ ਉਹ ਵੀ ਤੁਸੀਂ ਪੁੱਛ ਲਓ, ਜਾਂ ਉਹ ਪੰਜਾਬੀ ਨੂੰ ਕਿਵੇਂ ਪੜ੍ਹਨਾ, ਕਮੈਂਟ 'ਚ ਕੋਈ ਵੀ ਗੱਲ ਤੁਸੀਂ ਪੁੱਛ ਲਓ। ਅੱਛਾ, ਮਜ਼ੀਦ ਮੈਂ ਤੁਹਾਨੂੰ ਦੱਸ ਦਿਆਂ ਕਿ ਵੀ ਆ ਮੈਂ ਕੱਪੜੇ ਜਿਹੜੇ ਨੇ ਨਾ, ਚਾਹੇ ਮੈਂ ਛੋਟੀ ਜਿਹੀ ਗੁਜ਼ਾਰਿਸ਼ ਕਰਨੀ ਸੀ, ਆ ਮੈਂ ਕੱਪੜੇ ਆਪਣੇ ਪਾਪੇ ਦੇ ਪਾਏ ਆ। ਮੈਂ ਨਾ CSS ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ, ਮੈਂ ਕੋਈ 8 ਸਾਲ ਪੜ੍ਹਦਾ ਰਿਹਾ, ਵੱਖਰੇ ਲਾਹੌਰ ਦਾ ਕੋਈ ਅਦਾਰਾ ਨਹੀਂ, ਕਿਪਸ ਵਟਐਵਰ, ਵਰਲਡ ਟਾਈम्स ਉੱਪਰ ਨੀਚੇ ਕੋਈ ਇਸ ਤਰ੍ਹਾਂ ਅਦਾਰਾ ਜਿੱਥੇ ਮੈਂ ਨਾ ਗਿਆ ਹੋਵਾਂ। ਮੇਰੇ ਪਿਓ ਨੇ ਬਹੁਤ ਮਿਹਨਤ ਕੀਤੀ ਸੀ, ਮਤਲਬ
ਅੱਬੇ ਨੇ ਬਹੁਤ ਟਰਾਈ ਕੀਤੀ ਵੀ ਮੈਂ ਅਫਸਰ ਲੱਗ ਜਾ, ਅੱਬਾ ਮੈਨੂੰ ਅਫਸਰ ਵੇਖਣਾ ਚਾਹੁੰਦੇ, ਅੱਬਾ ਹੁਣ ਤੁਰ ਗਿਆ, ਫੌਤ ਹੋ ਗਿਆ ਵੀ ਉਹ ਚਲਾ ਗਿਆ। खैर मैं नाकाम हो गया। मैं सीरीज का आगाज इससे लिए किया भी मैं जो नहीं बन सकिया वो कोई बन जाए जी। इन्ना मैं मतलब इन्ना मैं कोशिश की थी, इन्ना मैं बंद किया भी मैं किते नहीं पहुंच सकिया बई। चलो मैं ਜਿਹੜਾ ਮਟੀਰੀਅਲ ਇੰਟਰਨੈਟ ਤੇ ਪਾ ਦਿੰਦਾ ਵਾ, ਚਲੋ ਜੋ ਮੈਂ ਹਾਸਲ ਕੀਤਾ ਉਹ ਮੈਂ ਲੋਕਾਂ ਦੀ ਐਕਸੈਸ ਦੇ ਦੇਣਾ, ਚਲੋ ਕੋਈ ਦਾ, ਕਿਉਂਕਿ ਉਦੋਂ ਨਾ मतलब अब्बे लो तो कोई परेशानी नहीं, अब्बा तो कहते पुत इंजॉय कर, तू बस नौकरी भी छड़ दे, हर शे छड़ दे, बस तू पढ़। लेकिन मैं फिर अब्बू का एहसास करना हाँ, लेकिन इसलिए फिर मैनू ना अपने सारे एक्सपेंसिस बीयर करने पैंदे ही, फिर इसलिए मैं हर एक अकैडमी गया, लाहौर की कोई किसी अकैडमी का कोई बंदा ना लवे जिथे मैं गया ना, जितों मैं फैकल्टी ना जानता हूँ, मैं सारी थावां ते गया, 8 साल पढ़ता रहा मैं। सो प्लीज़ गल करन दा मकसद ये सी भी प्लीज़ मेरे तुसीं जो भी सुन रहे हो, मेरे वालद साहब का नाम अकरम सी जी, उन्होंने मगफरत की दुआ कर दो, तुहाडी बड़ी मेहरबानी जी। सॉरी मैं तुहाडा टाइम बर्बाद किया जी। आ जाओ जी, मौके ते आ जाओ, मौजू ते आ जाओ जी। ये मैं पापे के कपड़े पाए जी। अच्छा जी, वो कहते हैं कि फरीदा काले मेंढे कपड़े ते काला मेंढा देस। बाबा जी फरमाते हैं कि भाई मेरा ज़मीर काला है और मेरा हस्बो नसब भी काला है। मैं जहां से मुताल्लिक हूं, जो मेरा एरिया है, जो मेरा वतन है, वो भी काले से मुराद गुनाहगार है। ठीक है, गुनाह ही भरिया मैं फिरा लोकी आखण दरवेश। वो कहते हैं बाबा जी, हूँ पता नहीं उर्दू च समझावा कि पंजाबी च सही रह जाएगा, चलो उर्दू च मैं थोड़ा जिक्र समझा ला, फिर पंजाबी च आ जाऊंगा मुड़ के। वो कहते हैं कि मेरे जो कपड़े हैं ना वो कोई इतने साफ नहीं है। कहते हैं ना सफेद कपड़े पे दाग लग जाए जाने से मुराद यही होता है ना कि किसी के किरदार पे दाग लग गया। ठीक है, तो अगर वो किरदार काला ही हो जाए तो इसका मतलब आप समझ गए ना, मतलब उसका किरदार ही काला हो गया। तो वो यहाँ पे उस सेंस में बोल रहे हैं, इट्स नॉट अबाउट ब्लैक सूट, वो सुखी वाला ब्लैक सूट, नो इट्स नॉट अबाउट दैट। तो इट्स अबाउट काले मेढ़े कपड़े, मेरा 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 जो किरदार है वो काला हो चुका है, बदनुमा हो चुका है, बहुत दाग लग चुके हैं उस पर। और मेरा देश जहाँ पे मैं रहता हूँ, मेरा हस्बो नस्ब, मेरा एरिया, मेरा यहाँ पे जितने लोगों से मैं मुताल्लिक हूँ वो भी कोई इतने ज्यादा साफ नहीं है। मैं तो गुनाहगार बंदा हूँ, मैं गुनाह ही भरा हुआ हूँ और लोग मुझे दरवेश कहते हैं। कैसे अजीब लोग हैं। सो असी वापस आने हैं पंजाबी जी। फरीदा काले मेंढे कपड़े ते काला मेढा देस, गुनाह ही भरिया मैं फिरा लोकी कहण दरवेश, लोग आखण दरवेश। अगला शेर है जी, फरीदा खालक खलक में, आहा क्या शेर है यार। फरीदा खालक खलक में, खलक वसे रब्मा, मंदा किसनू आखिए जां तिस बिन कोई ना। मतलब वो कहता है कि जो खुदा है वो मखलूक में है और मखलूक खुदा में है, तो मैं गलत किसको कहूं। हाँ, मैं किसी एक को गलत कह सकता हूं और वो जां है, वो तुम हो जिसको मैं गलत कह सकता हूं। फरीदा खालक खलक में, खलक वसे रब्मा, मंदा किसनू आखिए माड़ा किसनू, मंदा माड़ा, बुरा किसको कहिए, मंदा किसनू आखिए, जां तुम्हारे बाद जां तस्बिन कोई ना, तेरे बगैर कोई मंदा नहीं है। जो खालक है वो खलक है, जो खलक है वो खालक है। ये वहदतुल वजूद, वहदतुल शऊद का, ये वहदतुल वजूद का ये कॉन्सेप्ट दे रहे हैं बाबा जी। वहदतुल वजूद का, वहदतुल शऊद का कॉन्सेप्ट का पता ही होगा आपको। वहदतुल वजूद मैं ये लंबा ही कर रहा हूं लेकिन इसमें छोड़ देते हैं। खैर अब भाई ओके फाइन, सही है भाई, इसको आगे हम प्रोसीड कर लेते हैं। फरीदा खाक न निंदिए खाकों जेड न को, वाह 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 वाह। फरीदा खाक न निंदिए, निंदा करना कहते हैं बुरा भला कहना, किसी चीज को उसकी किरदार साजी करना, उसको छोटा कहना, उसको गलत कहना। खाक न निंदिए, जमीन जो धरती जो खाक है, जो आजिजी है, जो इनकसारी है, इसको बुरा मत कहो। खाकों जेड न को, खाक जैसी कोई चीज नहीं है। तुम दुनिया में कोई भी चीज ले लो, बर्गर शवार में पिज्जा वीजा कुछ भी ले लो, जमीन जैसा कुछ नहीं है, खाक जैसा कुछ नहीं है। वो ये कह रहे हैं यहाँ पे, ज्योंद्या पैरा थले मुंह ऊपर हो। वो कहते हैं जब बंदा ज्योंदा होता है, ये खाक की इंपॉर्टेंस बयान कर रहे हैं ना। वो कह रहे हैं जब बंदा जी रहा होता है तो लोग उसे बदकिरदार कह रहे होते हैं, लोग उसे उसकी किरदार साजी कर रहे होते हैं, लोग उससे लेग पुलिंग कर रहे होते हैं, लोग उसे नुकसान पहुंचाने की कोई कोशिश कोई छोड़ते नहीं है। लेकिन जब वो मर जाता है ना तो फिर उसको उठा लेते हैं, ऊपर उठा लेते हैं, कंधों पे उठा लेते हैं, फिर उसको लोग रोते हैं, चीखें मारते हैं, धाड़ते हैं। क्या यार कॉन्सेप्ट बाबा जी ने दिया। वो कहते हैं फरीदा खाक न निंदिए खाकों जेड न को, ज्योंदिया पैरा थले, जब जी रहे थे तो पैरों के नीचे थे, मरे तो ऊपर हो गए, मरे तो क्या मिल गई, क्या रिस्पेक्ट मिल गई। सो दिस इज द यू नो
वेरी, हमारे माशरा ऐसा ही है, बस गंदा सा है। खैर, हम पढ़ते हैं बाबा जी का अगला शेर। फरीदा जेतू अकल लतीफ, फरीदा अगर तुम अक्लमंद हो, लतीफ तुम्हारी अकल है, नफीस तुम्हारी अकल है, बहुत दाना बंदे हो, काले लिख न लेख, किसी को बुरा मत ना बोलो, किसी को काला ना बोलो, किसी की किरदार साजी ना करो, अपने गिरबान में अपनी जो गिरबान है, अपना जो मैं हूं, सर नीवा करके वेख। वो कहता है, वो कहते हैं फरीदा अगर तुम समझदार हो तो किसी को बुरा ना कहो, किसी को बुरा कहने से बेहतर है कि तुम अपने आप में देखो तुम क्या गंद हो, तुम तो गंद हो। सो ये वो इस तरह से अपनी जात की नफी कर रहे हैं। सूफी हमेशा आपको अपनी जात की नफी करता हुआ, और मौलवी आप हमेशा आपको अपनी जात की बड़ाई करता हुआ नजर आएगा। मैं इस पे वीडियो बनाऊंगा सेपरेटली, सूफी और मौलवी और इस सब चीजों के बारे में। मैं मतलब पोलर नहीं हूं, मैं सूफियों की जो गलत बात है उसको भी एक्नॉलेज करता हूं, जो मौलवियों की गलत बात है उसको भी करूंगा। प्लीज मोहसिन अकरम को यूट्यूब पे सब्सक्राइब कर लें। इंशाल्लाह हम जैसे ही सिलेबस खत्म करेंगे, हम हर चीज को एक्सप्लोर करेंगे इंशाल्लाह, फ्रॉम साइंस टू एस्ट्रोनॉमी। हम खुदा को भी ढूंढेंगे, यकीन करें, I'll show you the God। ओके, हम बात करते हैं इस पे। अगला शेर बाबा जी का है। बाबा जी कहते हैं, फरीदा सोई सरूर ढूंढ ले, ओहो ही उत्थे ही सरूर लभ ले, उत्थे ही मजा नजाकत लताफत लभ ले, जिथों लब्बी वत। वत कहते हैं किसी भी चीज को, एक होता है विथ, खुला को कहते हैं, वत कहते हैं किसी शय को, किसी चीज को। वो कहते हैं वहीं पे सुरूर ढूंढ लो जहां पे तुम्हें कोई वत, कोई भी चीज मिलती है। छप्पड़ ढूंढे क्या होवे, जो छप्पड़ है ना उसमें कुछ भी ढूंढने से कुछ भी नहीं होगा। चिक्कड़ डुबे हाथ, जो तुम्हारा हाथ है ना वो चिक्कड़, चिक्कड़ पता है किसको कहते हैं? कीचड़ को कहते हैं, गंद को कहते हैं, गलाजत को कहते हैं। वो कहते हैं कि तुम जो छप्पड़ है ना उसमें ढूंढने से कुछ नहीं होता। छप्पड़ गंदे पानी को, तालाब को कहते हैं, उसको कहते ना कि ਉਹਦੇ ਵਿੱਚ ਲੱਭਿਆ कुछ नहीं होना, चिक्कड़ च हाथी डुबने और फायदा कोई नहीं होना। मतलब है कि जो अगर कोई जिंदगी च कोई तसव्वुफ दी कोई चंगी गल, कोई नेकी दी कोई गल कोई बंदा दिंदा है ना, ते ਉਹਨੂੰ ਮੰਨ ਲਓ। बुरे बंदियां ਨੂੰ ਲੱਭੜ ਕੇ ਉਹਨਾਂ ਦੇ ਕੋਲ, ਉਹਨਾਂ ਦੀ ਸੋਬਤ ਚ ਬਹਿ ਕੇ ਤੇ ਚਿੱਕੜ ਚ ਹੱਥ ਡਪਾਉਣ ਨਾਲੋਂ ਬਿਹਤਰ ਹੈ कि भाई ਜਿਹੜਾ ਬੰਦਾ ਜਿਹੜੀ ਚੰਗੀ ਗੱਲ ਦਿੰਦਾ ਉਹਨੂੰ ਚੱਕ ਲਓ, ਉਹਨੂੰ ਲੈ ਲਓ। ठीक है जी। अच्छा यार, ये बाबा जी का शेर बहुत 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 शानदार है यार, क्या 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 बात है इस शेर की। वो कहते हैं, ज्योति मारन मुखियां तिन्हा ना मारी घुम, अपने घर को जाइए पैर तिन्हा दे चुम। वो कहते हैं कि जो तुम्हें मुक्के मारते हैं उनको वापस तिन्हा, उनको वापस तिन्हा, उनको घूम के वापस मत मारना। मतलब अगर कोई तुम्हें इस तरह मुक्का मारे तो तुम घूम के उसको चपेट ना मार देना, मुक्का ना मार देना, अपने घर च चले जाना। ਤੇ ਜੇ ਮੌਕਾ ਮਿਲੇ ਤੇ ਉਹਨੂੰ ਕਹਿਣਾ, ਭਾਜੀ ਜੋ ਗਾਂਧੀ ਸਾਹਿਬ ਦੀ ਗੱਲ ਸੀ ਨਾ, ਇੱਧਰ ਮਿਲੇ ਤੇ ਉਹਨੂੰ ਕਹਿਣਾ ਆ ਵੀ ਚੁੰਮ, ਇੱਧਰ ਵੀ ਠੋਕਲਾ ਭਰਾਵਾ, ਬਰਾਬਰ ਕਰਦੇ, ਬੈਲੈਂਸ ਕਰਦੇ, ਇੱਧਰ ਰਹਿ ਗਿਆ ਹੀ। ਮਤਲਬ ਉਹਨਾਂ ਨੂੰ ਜੋ ਤੈਨੂੰ ਮੁੱਕਾ ਮਾਰੇ ਉਹਨੂੰ ਵਾਪਸ ਮੁੱਕਾ ਨਹੀਂ ਮਾਰਨਾ, ਉਹਨੂੰ ਕਹਿਣਾ ਭਾਜੀ ਮੈਨੂੰ ਮਾਫੀ ਦੇ, ਤੇ ਆਪਣੇ ਘਰ ਤੁਰ ਜਾਣਾ। ਤੇ ਜੇ ਲੋੜ ਪਵੇ ਉਹਦੇ ਪੈਰ ਫੜ ਕੇ ਮਾਫੀ ਮੰਗਣ ਦੀ, ਬਈ ਉਹਨੇ ਮੈਨੂੰ ਮੁੱਕਾ ਵੀ ਮਾਰ ਲਿਆ, ਮੈਂ ਤੇਰੇ ਪੈਰ ਫੜ ਕੇ ਮਾਫੀ ਵੀ ਮੰਗ ਲੈਣਾ। ਇਹਨੂੰ ਜ਼ਾਤ ਦੀ ਨਫੀ ਕਹਿੰਦੇ, ਇਹਨੂੰ ਆਪਣੀ ਮੈਂ ਦਾ ਮਰਡਰ ਕਹਿੰਦੇ ਨੇ, ਦਾ ਮਰਡਰ ਆਫ ਸੈਲਫ ਹਾਰਟੀਨੈਸ। ਠੀਕ ਹੈ ਜੀ, ਉਹਨੂੰ ਆਹ ਕਹਿੰਦੇ ਨੇ ਵੀ ਜੇ ਤੇ ਨਾ ਕੋਈ ਜ਼ਿਆਦਤੀ ਵੀ ਕਰਦਾ ਉਹਨੂੰ ਕਹਿੰਦਾ ਭਾਜੀ ਮੈਨੂੰ ਮਾਫੀ ਦੇ ਦਿਓ, ਰੱਬ ਰਸੂਲ ਦੇ ਵਾਸਤੇ ਤੇ ਉਹਨਾਂ ਦੇ ਪੈਰ ਫੜ ਕੇ ਉਹਨੂੰ ਕਹਿੰਦਾ ਭਾਈ ਤੇਰੇ ਪੈਰ ਫੜਨੇ ਪਏ, ਤੇਰੇ ਪੈਰ ਫੜ ਲਾਂਗਾ, ਮੈਨੂੰ ਮਾਫੀ ਦੇ ਦੇ। ਇਹ ਤਾਂ ਉਹ ਜ਼ਿੰਦਗੀ ਜਿਹਦੇ ਚ ਕੋਈ ਮਸਲਾ ਹੈ ਹੀ ਨਹੀਂ। ਆਖਰੀ ਸ਼ੇਰ ਹੈ ਜੀ, ਹਾਏ ਹਾਏ ਬਾਬਾ ਜੀ ਦਾ ਆਖਰੀ ਸ਼ੇਰ ਕੀ ਸ਼ੇਰ ਹੈ ਜੀ। फरीदा मैं जानिया दुख मुझको, दुख सभाए जग। मैं वो कहते हैं कि मैंने ये समझा था, मैंने जानिया, मैंने ये जाना था कि दुख तो सिर्फ मुझे है, दुख तो सभाए जग, पूरी जग के अंदर दुख है, पूरी दुनिया के अंदर दुख है। उच्चे चढ़ के वेख्या था कर कर यही अग। यहां भी वो ये कह रहे हैं कि मुझे लगता था कि दुख सिर्फ मुझे है, बल्कि दुख तो पूरे जग के अंदर है। तो जब मैंने थोड़ा ऊपर होके देखा, मतलब थोड़ा पीछे हट के देखा, थोड़ा ऊपर चढ़ के देखा, थोड़ा ऊपर तो नीचे देखा, हर घर में यही आग थी। सो दिस वाज ऑल अबाउट द पोइट्री ऑफ बाबा जी सरकार बाबा फरीद शकरगंज रहमतुल्लाह अलैह। इन्हों याद कर लो, दोबारा मैं करा बोलते हैं, लोड़ है तो है, नहीं है तो होपफुली तुहानू समझ आ गई होनी है। बई जेड़ा शेर समझ ना आवे उहदे च कमेंट करके पुछ लेना, इंशाअल्लाह मैं कोशिश करांगा हर कमेंट का जवाब दें। पाकिस्तान जिंदाबाद।